ਸੋਰਠ ਘਰ ਤੀਜਾ ਅਣਮੜਿਆ ਮੰਦਲ ਬਾਜੈ, ਬਿਨ ਸਾਵਣ ਕਨ ਹਰ ਗਾਜੈ। ਲਓ ਹੁਣ ਭਗਤ ਨਾਮਦੇਵ ਜੀ, ਇਹ ਹੁਣ ਤੀਸਰਾ ਸ਼ਬਦ ਹੈ ਭਗਤ ਨਾਮਦੇਵ ਜੀ ਦਾ। ਭਗਤ ਨਾਮਦੇਵ ਜੀ ਜਿਵੇਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋਈ ਤੇ ਜੋ ਜੋ ਅਨੋਖੇ ਅਨੁਭਵ ਹੋਏ ਉਹਨਾਂ ਦਾ ਇਸ ਸ਼ਬਦ ਵਿੱਚ ਫਿਰ ਜ਼ਿਕਰ ਕਰਦੇ ਹਨ। ਮੋਕੋ ਮਿਲਿਓ RAM ਸਨੇਹੀ, ਜਿਹੇ ਮਿਲਿਆ ਦੇਹ ਸੁਦੇਹੀ ਰਹਾਓ। ਇਹ ਹਨ ਸਿਧਾਂਤਰੂ ਪੰਕਤੀਆਂ। ਭਗਤ ਨਾਮਦੇਵ ਜੀ ਫਰਮਾਉਂਦੇ ਹਨ, ਮੋਕੋ ਮਿਲਿਓ RAM ਸਨੇਹੀ। ਸਨੇਹੀ ਦਾ ਅਰਥ ਹੈ ਪਿਆਰਾ। ਮੈਨੂੰ ਉਹ ਪਿਆਰਾ ਪ੍ਰਭੂ ਆ ਕੇ ਮਿਲਿਆ ਹੈ। ਜਿਹੇ ਮਿਲਿਆ ਦੇਹ ਸੁਦੇਹੀ, ਜਿਸ ਨੂੰ ਮਿਲਣ ਕਰਕੇ ਮੇਰੀ ਜਿਹੜੀ ਦੇਹ ਸੀ ਸੁਦੇਹੀ ਸ੍ਰੇਸ਼ਟ ਦੇਹੀ ਬਣ ਗਈ। ਭਾਵ ਜਿਸ ਨੂੰ ਮਿਲ ਕੇ ਮੇਰੀ ਮਨੁੱਖਾ ਦੇਹ ਸਫਲ ਹੋ ਗਈ ਤੇ ਇਸ ਦੀ ਵੀ ਹਮੇਸ਼ਾ ਲਈ ਪ੍ਰਵਾਨਗੀ ਹੋ ਗਈ। ਇਹ ਦੇਹ ਵੀ ਸ੍ਰੇਸ਼ਟ ਦੇਹ ਬਣ ਗਈ। ਸੋਰਠ ਘਰ ਤੀਜਾ, ਹੁਣ ਸੋਰਠ ਰਾਗ ਦੇ ਵਿੱਚ ਤੀਜੇ ਘਰ ਸੁਰ ਤਾਲ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। ਲੋਕ ਭਗਤ ਜੀ ਕਹਿੰਦੇ ਨੇ, ਜਦੋਂ ਵਾਹਿਗੁਰੂ ਪਰਮੇਸ਼ਰ ਆ ਕੇ ਮਿਲਿਆ ਤੇ ਫਿਰ ਸਾਨੂੰ ਉਸ ਆਤਮਕ ਅਵਸਥਾ ਦੇ ਵਿੱਚ ਕੀ ਕੀ ਅਨੁਭਵ ਹੋਏ, ਲੋਕ ਭਗਤ ਜੀ ਉਹਨਾਂ ਦੇ ਬਾਰੇ ਆਰੰਭ ਦੇ ਵਿੱਚ ਜ਼ਿਕਰ ਕਰਦੇ ਹਨ। ਅਣਮੜਿਆ ਮੰਦਲ ਬਾਜੈ, ਬਿਨ ਸਾਵਣ ਕਨ ਹਰ ਗਾਜੈ। ਲੋਕ ਭਗਤ ਜੀ ਕਹਿੰਦੇ ਨੇ, ਜਦੋਂ ਵਾਹਿਗੁਰੂ ਪਰਮੇਸ਼ਰ ਆ ਕੇ ਮਿਲਦਾ ਹੈ ਨਾ, ਉਸ ਵੇਲੇ ਆ ਸਾਰੀਆਂ ਚੀਜ਼ਾਂ, ਜਿਹੜਾ ਖੁਸ਼ੀ ਦਾ ਮਾਹੌਲ ਜਿਸ ਨੂੰ ਸਮਝਿਆ ਜਾਂਦਾ ਹੈ, ਇਹ ਆਪਣੇ ਆਪ ਹੀ ਅੰਤਰ ਆਤਮਾ ਹੀ ਸਿਰਜਿਆ ਜਾਂਦਾ ਹੈ। ਅਨਮੜਿਆ ਮੰਦਲ ਬਾਜੈ, ਸਭ ਤੋਂ ਪਹਿਲਾਂ ਭਗਤ ਜੀ ਕਹਿੰਦੇ ਨੇ ਜਿਹੜਾ ਢੋਲ ਹੈ ਇਹ ਵੀ ਇੱਕ ਖੁਸ਼ੀ ਦਾ ਪ੍ਰਤੀਕ ਮੰਨਿਆ। ਕਹਿੰਦੇ ਹੁਣ ਉਹ ਤੇ ਖੁਸ਼ੀ ਦੇ ਢੋਲ ਵਜਾਉਂਦਾ ਫਿਰਦਾ। ਹਜ਼ੂਰ ਭਗਤ ਨਾਮਦੇਵ ਜੀ ਕਹਿੰਦੇ ਨੇ, ਜਦੋਂ ਵਾਹਿਗੁਰੂ ਪਰਮੇਸ਼ਰ ਆ ਕੇ ਮਿਲਿਆ, ਮੋਕੋ ਮਿਲਿਓ RAM ਸਨੇਹੀ, ਅਨਮੜਿਆ ਮੰਦਲ ਬਾਜੈ। ਇਸ ਲਈ ਹੋਰ ਜਿਹੜਾ ਬਾਹਰਲੇ ਚਮੜੇ ਨੂੰ ਮੜਨ ਤੋਂ ਬਿਨਾਂ ਹੀ ਸਾਡੀ ਸੁਰਤ ਅੰਦਰ ਹੀ ਢੋਲ ਵੱਜ ਰਿਹਾ ਸੀ। ਭਾਵ ਇਹ ਖੁਸ਼ੀ ਦਾ ਢੋਲ ਵੱਜ ਰਿਹਾ ਸੀ। ਉਹ ਢੋਲ ਕਿਹੜਾ ਸੀ? ਜਿਹੜਾ ਸੁਰਤ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਜਸ ਦਾ ਉਚਾਰਨ ਹੋਣਾ, ਵੀ ਇਹ ਜਿਹੜਾ ਅਨਮੜਿਆ ਹੋਇਆ ਵਾਹਿਗੁਰੂ ਦੇ ਜਸ ਦਾ ਢੋਲ ਸਾਡੇ ਅੰਦਰ ਵੱਜ ਰਿਹਾ ਸੀ। ਬਿਨ ਸਾਵਨ ਕਨ ਹਰ ਗਾਜੈ, ਤੇ ਬਿਨਾਂ ਹੀ ਸਾਉਣ ਦੇ ਮਹੀਨੇ ਤੋਂ ਅੰਦਰ ਬੱਦਲ ਵੀ ਗੱਜ ਰਿਹਾ ਸੀ। ਕਿਉਂਕਿ ਢੋਲ ਵੱਜਣਾ ਤੇ ਸਾਉਣ ਦੇ ਮਹੀਨੇ ਨੂੰ ਵੀ ਖੁਸ਼ੀ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਇਹ ਜਿਹੜੇ ਕੁਦਰਤੀ ਤੌਰ ਤੇ ਬਾਹਰਲੇ ਜਿਹੜੇ ਅੱਛੇ ਸ਼ਗਨ ਮੰਨੇ ਜਾਂਦੇ ਸਨ, ਇਹ ਅੰਤਰ ਆਤਮਾ ਵੀ ਆਪਣੇ ਆਪ ਹੀ ਇਹੋ ਜਿਹਾ ਮਾਹੌਲ ਸਿਰਜਿਆ ਜਾਂਦਾ ਹੈ। ਜਦੋਂ ਵਾਹਿਗੁਰੂ ਪਰਮੇਸ਼ਰ ਆ ਕੇ ਕਿਸੇ ਨੂੰ ਮਿਲਦਾ ਹੈ, ਉੱਥੇ ਬਾਹਰ ਤੇ ਮੜਿਆ ਹੋਇਆ ਢੋਲ ਹੀ ਵੱਜਦਾ ਹੈ ਨਾ, ਅਨਮੜਿਆ ਨਹੀਂ ਵੱਜ ਸਕਦਾ। ਪਰ ਸੁਰਤ ਦੇ ਅੰਦਰ ਅਨਮੜਿਆ ਹੀ ਵਾਹਿਗੁਰੂ ਦੇ ਜਸ ਦਾ ਢੋਲ ਵੱਜ ਰਿਹਾ ਸੀ ਤੇ ਬਿਨਾਂ ਸਾਉਣ ਦੇ ਮਹੀਨੇ ਤੋਂ ਜਿਵੇਂ ਬੱਦਲ ਗੱਜਦਾ ਹੈ, ਤੇ ਇਸ ਤਰ੍ਹਾਂ ਦੀ ਉੱਥੇ ਗਰਜ ਆ ਰਹੀ ਸੀ। ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੈ ਕੋਈ। ਲੋਕ ਭਗਤ ਜੀ ਕਹਿੰਦੇ ਨੇ, ਬਿਨਾਂ ਬੱਦਲ ਤੋਂ ਉੱਥੇ ਬਰਖਾ ਵੀ ਹੋਈ, ਮੀਂਹ ਪੈਣਾ ਵੀ ਸ਼ਗਨ ਸਮਝਿਆ ਜਾਂਦਾ ਹੈ। ਲੋਕ ਭਗਤ ਜੀ ਕਹਿੰਦੇ ਨੇ, ਉੱਥੇ ਅੰਦਰ ਸੁਰਤ ਦੇ ਅੰਦਰ ਬੱਦਲ ਤਾਂ ਕੋਈ ਨਹੀਂ ਸੀ, ਪਰ ਬਰਖਾ ਉੱਥੇ ਵੀ ਹੋਈ। ਉਹ ਬਰਖਾ ਕਿਹੜੀ ਸੀ? ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਉਹ ਅੰਦਰ ਹੀ ਕਹਿੰਦੇ ਆਤਮਕ ਆਨੰਦ ਦੀ ਬਰਖਾ ਹੋਈ। ਇਹ ਐਸੀ ਬਰਖਾ ਹੋਈ ਬਿਨ ਸਾਵਨ ਕਨ ਹਰ ਗਰਜਾ, ਜਿੱਥੇ ਵਾਹਿਗੁਰੂ ਦੇ ਜਸ ਦਾ ਢੋਲ ਵੱਜ ਰਿਹਾ ਸੀ, ਉੱਥੇ ਬਿਨਾਂ ਸਾਉਣ ਦੇ ਮਹੀਨੇ ਤੋਂ ਕਨ ਹਰ ਗਾਜੈ, ਬਈ ਉੱਥੇ ਅੰਦਰ ਬੱਦਲ ਗੱਜ ਰਿਹਾ ਸੀ। ਬੱਦਲ ਤੋਂ ਮੁਰਾਦ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੰਤਰ ਆਤਮਾ ਗੁਰੂ ਸ਼ਬਦ ਦਾ ਉਚਾਰਨ ਕਰ ਰਹੇ ਸਨ। ਬਾਦਲ ਬਿਨ ਬਰਖਾ ਹੋਈ, ਤੇ ਬੱਦਲ ਤੋਂ ਬਿਨਾਂ ਹੀ ਬਰਖਾ ਹੋਈ, ਭਾਵ ਅੰਤਰ ਆਤਮਾ ਆਤਮਕ ਆਨੰਦ ਦੀ ਬਰਖਾ ਹੋਣ ਲੱਗ ਪਈ। ਜੋ ਤਤ ਵਿਚਾਰੈ ਕੋਈ, ਇਹ ਜਿਹੜੀ ਤਤ ਦੀ ਯਥਾਰਥ ਦੀ ਕੋਈ ਵਿਚਾਰ ਕਰੇ, ਉਹਨੂੰ ਹੀ ਇਸ ਗੱਲ ਦਾ ਪਤਾ ਲੱਗ ਸਕਦਾ ਹੈ। ਮੋਕੋ ਮਿਲਿਓ RAM ਸਨੇਹੀ, ਜਹ ਮਿਲਿਆ ਦੇ ਸੁਦੇਹੀ ਰਹਾਓ। ਸਾਹਿਬ ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਮੋਕੋ ਮਿਲਿਓ RAM ਸਨੇਹੀ, ਉਹ ਪਿਆਰਾ ਪ੍ਰਭੂ ਭਾਈ ਮੈਨੂੰ ਆ ਕੇ ਮਿਲਿਆ ਹੈ। ਜਿਹੇ ਮਿਲਿਆ, ਜਿੱਥੇ ਸਿਆਰੀ ਹੋਵੇ ਜਿਹੇ ਪਾਠ ਉਚਾਰਨ ਕਰਨਾ, ਜਿੱਥੇ ਨਾ ਹੋਵੇ ਜਹ। ਜਿਹੇ ਤੇ ਜਹ ਦਾ ਉਚਾਰਨ ਦਾ ਵੀ ਫਰਕ ਸਮਝਣਾ।
ਜਿਹ ਮਿਲਿਆ ਦੇਹ ਸੁਦੇਹੀ। ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਕਰਕੇ ਦੇਹ ਸੁਦੇਹੀ, ਸਾਡੀ ਜਿਹੜੀ ਦੇਹ ਸੀ ਇਹ ਵੀ ਸ੍ਰੇਸ਼ਟ ਦੇਹੀ ਬਣ ਗਈ। ਭਾਵ ਵਾਹਿਗੁਰੂ ਨੂੰ ਮਿਲ ਕੇ ਸਾਡੀ ਦੇਹ ਦੀ ਸਫਲਤਾ ਹੋ ਗਈ ਹੈ। ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਮਿਲ ਪਾਰਸ ਕੰਚਨ ਹੋਇਆ। ਉਹ ਅਕਾਲ ਪੁਰਖ ਵਾਹਿਗੁਰੂ ਪਾਰਸ ਵਾਂਗ ਸੀ, ਉਹਨੂੰ ਮਿਲ ਕੇ ਮੇਰਾ ਮਨ ਕੰਚਨ ਹੋਇਆ, ਸੋਨੇ ਵਰਗਾ ਸ਼ੁੱਧ ਤੇ ਪਵਿੱਤਰ ਹੋ ਗਿਆ। ਮੁਖ ਮਨਸਾ ਰਤਨ ਪਰੋਇਆ, ਤੇ ਮੈਂ ਉਸ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਆਪਣੇ ਮੁਖ ਦੇ ਵਿੱਚ ਤੇ ਮਨਸਾ ਆਪਣੀ ਬੁੱਧੀ ਵਿੱਚ ਪਰੋ ਲਿਆ। ਆਪਣੇ ਮੁਖ ਦੇ ਵਿੱਚ ਵੀ ਨਾਮ ਤੇ ਬੁੱਧੀ ਦੇ ਵਿੱਚ ਵੀ ਉਸ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਪਰੋ ਲਿਆ ਹੈ। ਨਿਜ ਭਾਉ ਬਿਆ ਭ੍ਰਮ ਭਾਗਾ, ਗੁਰ ਪੂਛੇ ਮਨ ਪਤੀ ਆਗਾ। ਲੋ ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਨਿਜ ਭਾਉ ਪਿਆ, ਸਾਨੂੰ ਹੁਣ ਆਪਣੇ ਆਪੇ ਨਾਲ ਪਿਆਰ ਹੋ ਗਿਆ। ਸਾਨੂੰ ਆਪਣੇ ਆਪੇ ਨਾਲ ਭਾਵ ਉਸ ਆਤਮਾ ਸਰੂਪ ਦੇ ਨਾਲ ਭਾਉ ਪ੍ਰੇਮ ਹੋ ਗਿਆ ਹੈ। ਜਾਂ ਨਿਜ ਭਾਉ ਪਿਆ, ਭਾਉ ਦਾ ਅਰਥ ਗਿਆਨ ਵੀ ਕੀਤਾ। ਨਿਜ ਭਾਉ ਪਿਆ, ਹੁਣ ਸਾਨੂੰ ਆਪਣੇ ਆਪੇ ਦਾ ਗਿਆਨ ਪ੍ਰਾਪਤ ਹੋ ਗਿਆ, ਤੇ ਉਹ ਗਿਆਨ ਪ੍ਰਾਪਤ ਹੋਣ ਕਰਕੇ ਭ੍ਰਮ ਭਾਗਾ ਤੇ ਸਾਡਾ ਭਰਮ ਚਲਿਆ ਗਿਆ ਹੈ। ਗੁਰ ਪੁੱਛੇ ਮਨ ਪਤਿਆਗਾ, ਤੇ ਗੁਰੂ ਨੂੰ ਪੁੱਛ ਕੇ ਭਾਵ ਗੁਰੂ ਦੇ ਕੋਲੋਂ ਉਪਦੇਸ਼ ਪੁੱਛ ਕੇ ਤੇ ਉਸ ਨੂੰ ਗ੍ਰਹਿਣ ਕਰਕੇ ਉਸ ਨੂੰ ਕਮਾ ਕੇ ਮੇਰਾ ਮਨ ਵੀ ਪਤੀਜ ਗਿਆ ਹੈ। ਜਲ ਪੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ। ਲੋ ਭਗਤ ਨਾਮਦੇਵ ਜੀ ਕਹਿੰਦੇ ਨੇ, ਹੁਣ ਤੇ ਐਸੀ ਅਵਸਥਾ ਬਣ ਗਈ ਹੈ ਜਿਵੇਂ ਪਾਣੀ ਦਾ ਘੜਾ ਪਾਣੀ ਦੇ ਵਿੱਚ ਲੀਨ ਹੋ ਜਾਂਦਾ ਹੈ। ਕੁੰਭ ਦਾ ਅਰਥ ਘੜਾ, ਜਲ ਪੀਤਰ ਕੁੰਭ ਸਮਾਨਿਆ, ਜਿਵੇਂ ਪਾਣੀ ਦਾ ਭਰਿਆ ਘੜਾ ਪਾਣੀ ਦੇ ਵਿੱਚ ਲੀਨ ਹੋ ਜਾਂਦਾ ਹੈ, ਤੇ ਇਸੇ ਤਰ੍ਹਾਂ ਸਾਡਾ ਮਨ ਵਾਹਿਗੁਰੂ ਵਿੱਚ ਲੀਨ ਹੋ ਗਿਆ। ਸਭ ਰਾਮ ਏਕ ਕਰ ਜਾਣਿਆ, ਹੁਣ ਸਭ ਥਾਵਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਇੱਕ ਨਿਸ਼ਚੈ ਕਰਕੇ ਜਾਣ ਲਿਆ ਹੈ। ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੈ ਤਤ ਪਛਾਨਿਆ। ਲੋ ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਗੁਰੂ ਦਾ ਚੇਲੇ ਸਿੱਖ ਤੇ ਸਿੱਖ ਦਾ ਗੁਰੂ ਤੇ ਮਨ ਮੰਨ ਗਏ। ਕਿਉਂਕਿ ਜਦੋਂ ਗੁਰੂ ਦੀ ਮਿਹਰ ਹੁੰਦੀ ਹੈ ਤੇ ਫਿਰ ਸਿੱਖ ਦਾ ਵੀ ਮਨ ਗੁਰੂ ਤੇ ਪਤੀ ਜਾਂਦਾ ਹੈ, ਤੇ ਗੁਰੂ ਦਾ ਵੀ ਸਿੱਖ ਤੇ ਮਨ ਮੰਨ ਜਾਂਦਾ ਹੈ। ਗੁਰ ਚੇਲੇ ਹੈ ਮਨ ਮਾਨਿਆ। ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਵੀ ਚੇਲੇ ਸਿੱਖ ਦਾ ਗੁਰੂ ਤੇ ਮਨ ਮੰਨ ਗਿਆ, ਪਰ ਮਨ ਦੋਵੇਂ ਪਾਸਿਆਂ ਤੋਂ ਜਦੋਂ ਮੰਨਦਾ ਗੱਲ ਉਦੋਂ ਬਣਦੀ ਹੈ। ਗੁਰ ਚੇਲੇ, ਗੁਰੂ ਦਾ ਚੇਲੇ ਤੇ ਚੇਲੇ ਦਾ ਗੁਰੂ ਤੇ ਜਦੋਂ ਮਨ ਮੰਨ ਗਿਆ, ਜਨ ਨਾਮੈ ਤਤ ਪਛਾਨਿਆ। ਭਗਤ ਨਾਮਦੇਵ ਜੀ ਕਹਿੰਦੇ ਨੇ, ਫਿਰ ਮੈਂ ਅਸਲੀ ਜਿਹੜਾ ਤਤ ਕੀ ਹੈ, ਬ੍ਰਹਮ, ਆਤਮ ਤਤ ਤੇ ਬ੍ਰਹਮ ਤਤ, ਮੈਂ ਉਸ ਨੂੰ ਪਛਾਣ ਲਿਆ ਹੈ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓੰਕਾਰ सतगुर प्रसाद। जब हम होते तब तू नाही, अब तू ही मैं नाही। ਲੋ ਹੁਣ ਅੱਗੇ ਭਗਤ ਰਵਿਦਾਸ ਜੀ ਦੀ ਪਵਿੱਤਰ ਬਾਣੀ ਦੀ ਕਥਾ ਆਰੰਭ ਹੋ ਰਹੀ ਹੈ। ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਦੀ ਵਿਚਾਰ ਸੰਗਤਾਂ ਨੇ ਸਰਵਣ ਕੀਤੀ। ਦੂਸਰੇ ਨੰਬਰ ਤੇ ਭਗਤ ਨਾਮਦੇਵ ਜੀ ਦੀ ਬਾਣੀ ਆਪ ਸੰਗਤਾਂ ਸਰਵਣ ਕਰ ਰਹੇ ਸੀ, ਤੇ ਹੁਣ ਅੱਗੇ ਭਗਤ ਰਵਿਦਾਸ ਜੀ ਦੀ ਬਾਣੀ ਆ ਰਹੀ ਹੈ। ਰਾਗ ਸੋਰਠ, ਰਾਗ ਸੋਰਠ ਹੈ ਤੇ ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਰਵਿਦਾਸ ਜੀ ਦੀ ਆਰੰਭ ਹੋ ਰਹੀ ਹੈ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਤੇ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਭਗਤ ਰਵਿਦਾਸ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜਿਵੇਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਉਹਨਾਂ ਨੂੰ ਪ੍ਰਾਪਤੀ ਹੋਈ ਹੈ ਤੇ ਉਸ ਦਾ ਜ਼ਿਕਰ ਕਰਦੇ ਨੇ, ਤੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਿਆ, ਮਾਧਵੇ ਕਿਆ ਕਹੀਏ ਭ੍ਰਮ ਐਸਾ। ਹੇ ਮਾਇਆ ਦੇ ਪਤੀ ਵਾਹਿਗੁਰੂ, ਕੀ ਆਖੀਏ ਕਿ ਭਰਮ ਐਸਾ ਇਹੋ ਜਿਹਾ ਹੁੰਦਾ ਹੈ, ਜੈਸਾ ਮਾਨੀਆ ਹੋਏ ਨਾ ਤੈਸਾ।
ਜਿਹੋ ਜਿਹਾ ਭਰਮ ਦਾ ਸਰੂਪ ਭਰਮ ਕਾਲ ਦੇ ਵਿੱਚ ਮੰਨੀਦਾ ਹੈ, ਹੋਏ ਨਾ ਤੈਸਾ, ਵਾਸਤਵ ਦੇ ਵਿੱਚ ਉਸ ਤਰ੍ਹਾਂ ਦਾ ਹੁੰਦਾ ਨਹੀਂ ਹੈ। ਭਰਮ ਦੇ ਵਿੱਚ ਆਦਮੀ ਜਿਹੜਾ ਕੁਛ ਸੋਚਦਾ ਹੈ ਤੇ ਜਦੋਂ ਉਸ ਨੂੰ ਅਸਲੀ ਗਿਆਨ ਪ੍ਰਾਪਤ ਹੋ ਜਾਵੇ ਫਿਰ ਉਹ ਭਰਮ ਉਸ ਤਰ੍ਹਾਂ ਦਾ ਦਿਖਾਈ ਨਹੀਂ ਦਿੰਦਾ। ਤੇ ਇਹਦੇ ਬਾਰੇ ਅੱਗੇ ਭਗਤ ਜੀ ਨੇ ਕੁਝ ਦ੍ਰਿਸ਼ਟਾਂਤ ਵੀ ਦਿੱਤੇ ਹਨ। ਲਓ ਹੁਣ ਭਗਤ ਰਵਿਦਾਸ ਜੀ ਆਰੰਭ ਤੋਂ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਨਾਲ ਸ਼ਬਦ ਦੀ ਵਿਚਾਰ ਸਰਵਣ ਕਰੋ। ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਲੋ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਜਬ ਹਮ ਹੋਤੇ, ਜਦੋਂ ਅਸੀਂ ਕੁਛ ਆਪਣੇ ਆਪ ਦੇ ਵਿੱਚ ਬਣੇ ਹੋਏ ਸੀ, ਕਿਉਂਕਿ ਹਰ ਆਦਮੀ ਆਪਣੇ ਆਪ ਨੂੰ ਕੁਛ ਸਮਝਦਾ ਨਾ ਵੀ ਮੈਂ ਕੁਝ ਹਾਂ। ਲਓ ਜਿੰਨਾ ਚਿਰ ਤੱਕ ਅਸੀਂ ਕੁਛ ਆਪਣੇ ਆਪ ਦੇ ਵਿੱਚ ਬਣੇ ਹੋਏ ਸੀ, ਹਮ ਬਾੜ ਕਾਬੂ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਜਦੋਂ ਅਸੀਂ ਕੁਛ ਬਣੇ ਹੋਏ ਸੀ, ਕੋਈ ਕਹਿੰਦਾ ਮੈਂ ਵੱਡਾ ਕਵੀ ਹਾਂ, ਮੈਂ ਕੁਲੀਨ ਚੰਗੇ ਖਾਨਦਾਨ ਦਾ ਮਾਲਕ ਹਾਂ, ਮੇਰੀ ਬਰਾਦਰੀ ਬਹੁਤ ਅੱਛੀ ਹੈ, ਕੋਈ ਕੁਛ ਆਪਣੇ ਆਪ ਦੇ ਵਿੱਚ ਬਣਿਆ ਹੋਇਆ। ਪਰ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਬ ਹਮ ਹੋਤੇ, ਜਦੋਂ ਅਸੀਂ ਕੁਛ ਬਣੇ ਹੋਏ ਸੀ, ਤਬ ਤੂੰ ਨਹੀਂ, ਉਸ ਵੇਲੇ ਤੂੰ ਨਹੀਂ ਸੀ। ਜਦੋਂ ਮਨੁੱਖ ਕੁਛ ਆਪਣੇ ਆਪ ਦੇ ਵਿੱਚ ਬਣਦਾ ਹੈ, ਉਸ ਵੇਲੇ ਪਰਮਾਤਮਾ ਇਹਦੇ ਨੇੜੇ ਨਹੀਂ ਆਉਂਦਾ। ਅਬ ਤੂੰ ਹੀ ਮੈਂ ਨਹੀਂ। ਪਰ ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਹੁਣ ਤੇ ਤੂੰ ਹੀ ਤੂੰ ਹੈ ਤੇ ਮੈਂ ਕੁਝ ਵੀ ਨਹੀਂ ਹਾਂ। ਕਿਉਂਕਿ ਭਗਤ ਦੀ ਅਵਸਥਾ ਹੁੰਦੀ ਹੈ ਤੂੰ ਦੀ। ਜਿਵੇਂ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਅਗਿਆਨੀ ਦੀ ਅਵਸਥਾ ਮੈਂ ਤੇ ਟਿਕੀ ਹੁੰਦੀ ਹੈ ਤੇ ਭਗਤ ਦੀ ਅਵਸਥਾ ਤੂੰ ਤੇ ਟਿਕੀ ਹੁੰਦੀ ਹੈ, ਤੇ ਬ੍ਰਹਮ ਗਿਆਨੀ ਦੀ ਅਵਸਥਾ ਆਪਣੇ ਆਪ ਦੇ ਵਿੱਚ ਟਿਕ ਜਾਂਦੀ ਹੈ। ਲੋ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਦੋਂ ਅਸੀਂ ਕੁਛ ਆਪਣੇ ਆਪ ਦੇ ਵਿੱਚ ਬਣੇ ਹੋਏ ਸੀ, ਆਪਣੇ ਆਪ ਨੂੰ ਕੁਝ ਸਮਝਦੇ ਸੀ, ਉਸ ਵੇਲੇ ਤੁਸੀਂ ਸਾਡੇ ਨੇੜੇ ਤੇੜੇ ਵੀ ਨਹੀਂ ਸੀ, ਤੇ ਹੁਣ ਤੁਸੀਂ ਹੀ ਮੇਰੇ ਅੰਦਰ ਆ ਕੇ ਵਸ ਗਏ ਹੋ, ਤੇ ਹੁਣ ਮਹਾਰਾਜ ਮੈਂ ਕੁਝ ਵੀ ਨਹੀਂ ਆਪਣੇ ਆਪ ਨੂੰ ਸਮਝਦਾ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਲੋ ਭਗਤ ਜੀ ਕਹਿੰਦੇ ਨੇ, ਹੁਣ ਤੇ ਇਸ ਤਰ੍ਹਾਂ ਦੀ ਗੱਲ ਬਣ ਗਈ ਹੈ। ਅਨਲ ਅਗਮ, ਅਨਲ ਕਹਿੰਦੇ ਨੇ ਹਵਾ ਨੂੰ, ਅਗਮ ਦਾ ਅਰਥ ਹੈ ਗਮਤਾ ਤੋਂ ਰਹਿਤ, ਬਹੁਤ ਜ਼ਿਆਦਾ। ਭਾਵ ਅਨਲ ਅਗਮ, ਜਦੋਂ ਬਹੁਤ ਤੇਜ਼ ਹਵਾ ਚੱਲਦੀ ਹੈ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਿਵੇਂ ਤੇਜ਼ ਹਵਾ ਚੱਲਣ ਦੇ ਨਾਲ, ਓਦਦ ਦਾ ਅਰਥ ਹੈ ਸਮੁੰਦਰ, ਸਮੁੰਦਰ ਦੇ ਮੈਂ ਦਾ ਅਰਥ ਹੈ ਵਿੱਚ। ਜਿਵੇਂ ਤੇਜ਼ ਹਵਾ ਚੱਲਣ ਦੇ ਨਾਲ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ। ਜਲ ਕੇਵਲ ਜਲ ਮਾਹੀ, ਉਹਨਾਂ ਲਹਿਰਾਂ ਦੇ ਵਿੱਚ ਵੀ ਸਮੁੰਦਰ ਦਾ ਪਾਣੀ ਹੁੰਦਾ ਹੈ ਤੇ ਸਮੁੰਦਰ ਦੇ ਵਿੱਚ ਵੀ ਸਮੁੰਦਰ ਦਾ ਪਾਣੀ ਹੀ ਹੁੰਦਾ ਹੈ। ਜਿਵੇਂ ਲਹਿਰ ਦਾ ਪਾਣੀ ਤੇ ਸਮੁੰਦਰ ਦਾ ਪਾਣੀ ਕਦੇ ਵੱਖ ਨਹੀਂ ਹੁੰਦੇ। ਕਲਗੀਧਰ ਪਾਤਸ਼ਾਹ ਨੇ ਵੀ ਭਗਤ ਦੀ ਅਵਸਥਾ ਲਿਖੀ ਹੈ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ, ਜਿਉਂ ਜਲ ਹੀ ਵਿਖੇ ਸਮਾਏ। ਜਿਵੇਂ ਪਾਣੀ ਦੀ ਲਹਿਰ ਪਾਣੀ ਦੇ ਵਿੱਚ ਹੀ ਅਕਸਰ ਲੀਨ ਹੁੰਦੀ ਹੈ, ਪਾਣੀ ਤੋਂ ਬਿਨਾਂ ਲਹਿਰ ਦੀ ਕੋਈ ਹੋਂਦ ਰਹਿੰਦੀ ਹੀ ਨਹੀਂ, ਹੁੰਦੀ ਹੀ ਨਹੀਂ। ਇਸੇ ਲਈ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਤੇ ਸਮੁੰਦਰ ਵਾਂਗ ਹੈ ਤੇ ਅਸੀਂ ਲਹਿਰ ਵਾਂਗ ਹਾਂ। ਜਿਵੇਂ ਤੇਜ਼ ਹਵਾ ਚੱਲਣ ਦੇ ਨਾਲ ਸਮੁੰਦਰ ਵਿੱਚੋਂ ਲਹਿਰਾਂ ਉੱਠਦੀਆਂ ਨੇ ਤੇ ਸਮੁੰਦਰ ਵਿੱਚ ਹੀ ਲੀਨ ਹੋ ਜਾਂਦੀਆਂ, ਤੇ ਸਮੁੰਦਰ ਦੇ ਵਿੱਚ ਵੀ ਤੇ ਲਹਿਰਾਂ ਦੇ ਵਿੱਚ ਵੀ ਕੇਵਲ ਸਮੁੰਦਰ ਦਾ ਪਾਣੀ ਹੀ ਹੁੰਦਾ, ਉਸ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ। ਇਸੇ ਤਰ੍ਹਾਂ ਹੁਣ ਸਾਨੂੰ ਵੀ ਇਹ ਸਾਰਾ ਸੰਸਾਰ ਵੀ ਲਹਿਰਾਂ ਵਾਂਗੂ ਤੇਰਾ ਹੀ ਰੂਪ ਦਿਸ ਰਿਹਾ ਹੈ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨ ਤੈਸਾ ਰਹਾਉ। ਲੋ ਭਗਤ ਜੀ ਕਹਿੰਦੇ ਨੇ, ਹੇ ਮਾਇਆ ਦੇ ਪਤੀ ਵਾਹਿਗੁਰੂ ਜੀ, ਭਰਮ ਦੇ ਬਾਰੇ ਕੀ ਆਖੀਏ ਕਿ ਇਹ ਭਰਮ ਇਹੋ ਜਿਹਾ ਹੁੰਦਾ, ਜੈਸਾ ਮੰਨੀਆਂ, ਜਿਹੋ ਜਿਹਾ ਭਰਮ ਕਾਲ ਦੇ ਵਿੱਚ ਭਰਮ ਨੂੰ ਮੰਨੀਦਾ ਹੈ, ਹੋਏ ਨਾ ਤੈਸਾ, ਵਾਸਤਵ ਦੇ ਵਿੱਚ ਉਹ ਜਿਹਾ ਨਹੀਂ ਹੁੰਦਾ। ਇਸੇ ਲਈ ਭਗਤ ਜੀ ਕਹਿੰਦੇ ਨੇ,
ਦੱਸੋ ਅਸੀਂ ਕਿਵੇਂ ਉਸ ਵਾਹਿਗੁਰੂ ਉਸ ਭਰਮ ਦੇ ਬਾਰੇ ਕਿਵੇਂ ਦਸੀਏ ਕਿ ਭਰਮ ਦਾ ਰੂਪ ਕੀ ਹੁੰਦਾ ਹੈ। ਪਹਿਲਾਂ ਅਸੀਂ ਕੁਝ ਹੋਰ ਸਮਝਦੇ ਹਾਂ ਤੇ ਬਾਅਦ ਵਿੱਚ ਅਸਲੀਅਤ ਕੁਝ ਹੋਰ ਹੀ ਨਿਕਲਦੀ ਹੈ। ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ। ਲੋ ਵਿਸਰਾਮ ਦੇ ਕੇ ਭਗਤ ਰਵਿਦਾਸ ਜੀ ਅੱਗੇ ਉਦਾਹਰਣ ਦਿੰਦੇ ਹਨ ਵੀ ਉਹ ਭਰਮ ਕਿਹੋ ਜਿਹਾ ਹੈ। ਉਹ ਭਰਮ ਇਸ ਤਰ੍ਹਾਂ ਦਾ ਹੈ, ਨਰਪਤ ਏਕ ਸਿੰਘਾਸਨ ਸੋਇਆ। ਜਿਵੇਂ ਕੋਈ ਰਾਜਾ, ਇੱਕ ਰਾਜਾ ਆਪਣੇ ਸਿੰਘਾਸਨ ਤੇ ਸੁੱਤਾ ਸੀ ਤੇ ਸੁਪਨੇ ਪਿਆ ਭਿਖਾਰੀ। ਉਹਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਉਹ ਭਿਖਾਰੀ ਮੰਗਤਾ ਬਣ ਗਿਆ, ਉਸਦਾ ਰਾਜ ਖੁੱਸ ਗਿਆ ਤੇ ਭਿਖਾਰੀ ਬਣ ਗਿਆ। ਅਛਤ ਰਾਜ ਬਿਚਰਤ ਦੁਖ ਪਾਇਆ ਸੋਗਤ ਭਈ ਹਮਾਰੀ। ਆਇਆ ਤੇ ਸੁਪਨਾ ਹੀ ਸੀ, ਉਹ ਰਾਜਾ ਸੁਪਨੇ ਦੇ ਵਿੱਚ ਭਿਖਾਰੀ ਬਣਿਆ। ਅਛਤ ਰਾਜ ਦੇ ਹੁੰਦਿਆਂ ਹੋਇਆਂ ਤੇ ਉਹਨੇ ਰਾਜ ਤੋਂ ਵਿਛੜ ਕੇ ਦੁੱਖ ਪਾਇਆ, ਦੁੱਖ ਭੋਗਿਆ। ਸੋਗਤ ਪਈ ਹਮਾਰੀ, ਉਹੀ ਹਾਲਤ, ਗਤ ਦਾ ਅਰਥ ਹੈ ਹਾਲਤ, ਉਹੀ ਹਾਲਤ ਹੁਣ ਸਾਡੀ ਬਣੀ ਹੋਈ ਹੈ। ਇਹਦੇ ਬਾਰੇ ਮਹਾਂਪੁਰਖ ਇੱਕ ਪ੍ਰਸੰਗ ਸੁਣਾਉਂਦੇ ਸਨ। ਜਨਕ ਰਾਜਾ ਹੋਇਆ। ਜਨਕ ਰਾਜਾ ਗਿਆਨਵਾਨ ਵੀ ਮੰਨਿਆ ਗਿਆ ਹੈ। ਦੱਸਦੇ ਨੇ ਇੱਕ ਵਾਰੀ ਜਨਕ ਰਾਜੇ ਨੂੰ ਮਾਣ ਹੋ ਗਿਆ ਕਿ ਮੈਂ ਰਾਜਾ ਵੀ ਹਾਂ ਤੇ ਗਿਆਨਵਾਨ ਵੀ ਹਾਂ। ਤੇ ਇਹਨੇ ਇੱਕ ਵਾਰੀ, ਕੋਈ ਹੋਰ ਸਾਧੂ ਵੀ ਬੈਠੇ ਸਨ, ਕੋਈ ਵਿਚਾਰਾਂ ਹੋ ਰਹੀਆਂ ਸਨ ਤੇ ਜਨਕ ਰਾਜੇ ਨੇ ਇਹ ਗੱਲ ਆਖੀ ਵੀ ਜਿਹੜਾ ਗਿਆਨਵਾਨ ਹੈ ਉਹਨੂੰ ਕੋਈ ਭਰਮ ਨਹੀਂ ਪੈ ਸਕਦਾ। ਤੇ ਇਹ ਕੋਈ ਪਹੁੰਚਿਆ ਹੋਇਆ ਸਾਧੂ ਸੀ, ਉਹ ਕਹਿਣ ਲੱਗਾ ਨਹੀਂ, ਪਰਮੇਸ਼ਰ ਦੀ ਮਾਇਆ ਬੜੀ ਪ੍ਰਬਲ ਹੈ ਤੇ ਗਿਆਨਵਾਨ ਨੂੰ ਵੀ ਭਰਮ ਪੈ ਸਕਦਾ। ਉਹ ਕਹਿੰਦਾ ਮੈਂ ਨਹੀਂ ਇਹ ਗੱਲ ਨੂੰ ਮੰਨਦਾ। ਤੇ ਉਹ ਸਾਧੂ ਦੇ ਬਚਨ ਹੋ ਗਏ। ਕਹਿਣ ਲੱਗਾ ਅੱਛਾ ਤੂੰ ਤੇ ਕਹਿਣਾ ਮੈਂ ਨਹੀਂ ਮੰਨਦਾ, ਪਰ ਤੈਨੂੰ 8 ਸਾਲ ਭਰਮ ਪਿਆ ਰਹੇਗਾ। ਤੂੰ ਆਪਣੇ ਆਪ ਨੂੰ ਵੱਡਾ ਗਿਆਨਵਾਨ ਸਮਝਦਾ ਹੈ, ਤੈਨੂੰ ਵੀ 8 ਸਾਲ ਭਰਮ ਪਿਆ ਰਹੇਗਾ ਤੇ ਤੈਨੂੰ ਪਤਾ ਨਹੀਂ ਲੱਗ ਸਕੇਗਾ ਅਸਲੀਅਤ ਕੀ ਹੈ। ਉਹ ਗੱਲ ਕੁਝ ਇਸ ਤਰ੍ਹਾਂ ਹੋਈ। ਇੱਕ ਦਿਨ ਰਾਜਾ ਰਾਤ ਨੂੰ ਸੁੱਤਾ ਤੇ ਰਾਤ ਨੂੰ ਇਸ ਨੂੰ ਇੱਕ ਸੁਪਨਾ ਆਇਆ। ਸੁਪਨੇ ਦੇ ਵਿੱਚ ਕਿਸੇ ਹੋਰ ਰਾਜੇ ਨੇ ਇਹਦੇ ਉੱਤੇ ਚੜ੍ਹਾਈ ਕਰ ਦਿੱਤੀ। ਜੰਗ ਹੋਇਆ। ਉਸ ਜੰਗ ਦੇ ਦੌਰਾਨ ਦੂਸਰੇ ਰਾਜੇ ਦੀ ਜਿੱਤ ਹੋਈ ਤੇ ਇਹ ਜਿਹੜਾ ਜਨਕ ਰਾਜਾ ਸੀ ਸੁਪਨੇ ਦੇ ਵਿੱਚ ਹੀ ਆਪਣੇ ਦੁਸ਼ਮਣ ਦੇ ਹੱਥੋਂ ਹਾਰ ਖਾ ਕੇ ਇਹ ਉੱਥੋਂ ਲੁਕ ਛਿਪ ਕੇ ਭੱਜ ਨਿਕਲਿਆ। ਹੁਣ ਨਾ ਤੇ ਇਹਦੇ ਨਾਲ ਕੋਈ ਸੰਗੀ ਸਾਥੀ ਹੈ, ਨਾ ਹੀ ਕੋਈ ਬਾਡੀਗਾਰਡ ਹੈ, ਨਾ ਹੀ ਕੋਈ ਪਰਿਵਾਰ ਦਾ ਮੈਂਬਰ ਹੈ। ਇਹ ਆਪਣੇ ਆਪ ਨੂੰ ਛੁਪਾਉਣ ਦੇ ਲਈ ਕਿਤੇ ਇਹੋ ਜਿਹੀ ਜਗ੍ਹਾ ਤੇ ਚਲਿਆ ਗਿਆ ਵੀ ਜਿੱਥੇ ਇਹਦਾ ਕਿਸੇ ਨੂੰ ਵੀ ਪਤਾ ਨਹੀਂ ਲੱਗ ਸਕਿਆ। ਕੁਝ ਸਮਾਂ ਜਦੋਂ ਉੱਥੇ ਇਸ ਨੂੰ ਰਹਿੰਦਿਆਂ ਹੋਇਆ, ਇਸ ਨੂੰ ਭੁੱਖ ਲੱਗੀ। ਸੋਚਿਆ ਹੁਣ ਮੈਂ ਕੀ ਕਰਾਂ। ਕਹਿੰਦੇ ਨੇ ਇਸ ਨੇ ਆਪਣਾ ਹੁਲੀਆ ਬਦਲਿਆ, ਰਾਜਿਆਂ ਵਾਲੇ ਕੱਪੜੇ ਉਤਾਰ ਦਿੱਤੇ, ਭਿਖਾਰੀ ਬਣ ਗਿਆ। ਤੇ ਭਿਖਾਰੀ ਬਣ ਕੇ ਦੱਸਦੇ ਨੇ ਉੱਥੇ ਕੋਈ ਖੇਤਰ ਲੱਗਿਆ ਹੋਇਆ ਸੀ ਤੇ ਉੱਥੇ ਚਲਿਆ ਗਿਆ। ਉੱਥੇ ਉਹ ਖਿਚੜੀ ਬਣੀ ਹੋਈ ਸੀ ਤੇ ਖਿਚੜੀ ਵਰਤਾਈ ਜਾ ਰਹੀ ਸੀ। ਤੇ ਇਹ ਜਦੋਂ ਉੱਥੇ ਗਿਆ ਤੇ ਇਹ ਕਹਿਣ ਲੱਗਾ ਵੀ ਮੈਨੂੰ ਭੁੱਖ ਲੱਗੀ ਆ, ਮੈਨੂੰ ਵੀ ਕੁਝ ਖਾਣ ਲਈ ਦਿਓ। ਉਹ ਕਹਿਣ ਲੱਗੇ ਤੇਰੇ ਕੋਲੇ ਜੇ ਕੋਈ ਭਾਂਡਾ ਹੈ ਤੇ ਤੈਨੂੰ ਅਸੀਂ ਖਿਚੜੀ ਦੇ ਦਿੰਦੇ ਆ ਤੇ ਤੂੰ ਖਾ ਲਵੀਂ। ਇਹ ਕਹਿੰਦਾ ਭਾਂਡਾ ਤੇ ਮੇਰੇ ਕੋਲੇ ਹੈ ਨਹੀਂ। ਕਹਿੰਦੇ ਫਿਰ ਖਿਚੜੀ ਗਰਮ ਹੈ, ਫਿਰ ਤੇਰੇ ਹੱਥਾਂ ਤੇ ਤਾਂ ਪੈ ਨਹੀਂ ਸਕਦੀ, ਤੂੰ ਕੋਈ ਭਾਂਡਾ ਲੈ ਕੇ ਆ। ਜਿਵੇਂ ਆਪਾਂ ਗਰੀਬ ਨੂੰ ਕਹਿ ਹੀ ਦਿੰਦੇ ਆ ਤੂੰ ਜਾ ਭਾਂਡਾ ਲੈ ਕੇ ਆ, ਉਹਦੇ ਵਿੱਚ ਕੋਈ ਚੀਜ਼ ਪਾ ਸਕਦੀ ਹਾਂ। ਇਹ ਰਾਜਾ ਮੰਗਣ ਵਾਸਤੇ ਗਿਆ। ਇਹਨੂੰ ਇੱਕ ਕਿਸੇ ਘੁਮਿਆਰ ਨੇ, ਉਹ ਕੋਈ ਥੋੜਾ ਜਿਹਾ ਟੁੱਟਿਆ ਹੋਇਆ ਸੀ ਇੱਕ ਉਹ ਪਿਆਲਾ ਜਾਂ ਮਿੱਟੀ ਦਾ, ਉਹ ਇਸ ਨੂੰ ਠੂਠਾ ਜਿਹਾ ਦੇ ਦਿੱਤਾ। ਕਹਿਣ ਲੱਗਾ ਲੈ ਮੰਗਤਾ ਤਰਸ ਵਿੱਚ ਆ ਕੇ ਕਹਿੰਦਾ ਲੈ ਤੂੰ ਆ ਲੈ ਜਾ ਤੇ ਇਹਦੇ ਵਿੱਚ ਖਿਚੜੀ ਪਾ ਕੇ ਖਾ ਲਵੀਂ। ਇਹ ਜਦੋਂ ਉਹ ਠੂਠਾ ਲੈ ਕੇ, ਮਿੱਟੀ ਦਾ ਉਹ ਭਾਂਡਾ ਲੈ ਕੇ ਉੱਥੇ ਪਹੁੰਚਿਆ ਤੇ ਉਹਨਾਂ ਨੇ ਖਿਚੜੀ ਪਾ ਦਿੱਤੀ। ਖਿਚੜੀ ਗਰਮ ਸੀ। ਉਹ ਖਿਚੜੀ ਦਾ ਪਿਆਲਾ ਭਰ ਕੇ ਜਦੋਂ ਇਹ ਉੱਥੋਂ ਤੁਰਿਆ, ਇਹਨੂੰ ਇਹ ਲੱਗਿਆ ਵੀ ਮੈਂ ਕਿਸੇ ਦਰਖਤ ਦੀ ਛਾਵੇਂ ਬੈਠ ਕੇ ਉੱਥੇ ਆਨੰਦ ਨਾਲ ਛਕਾਂਗਾ। ਉਧਰੋਂ 2 ਸਾਨ ਭਿੜਦੇ ਆ ਗਏ ਤੇ ਇਹਦੇ ਕੋਲੇ ਖਿਚੜੀ ਦਾ ਪਿਆਲਾ ਭਰ ਕੇ ਪਕੜਿਆ ਹੋਇਆ ਸੀ।
ਨਾ ਤੇ ਇਹ ਹੁਣ ਭੱਜ ਸਕਦਾ ਸੀ, ਜੇ ਭੱਜਦਾ ਸੀ ਤੇ ਪਿਆਲਾ ਡੁੱਲਦਾ ਸੀ, ਭੁੱਖ ਲੱਗੀ ਹੋਈ ਸੀ। ਆਖਿਰ ਉਹ ਦੋ ਸਾਨਾਂ ਦੀ ਟੱਕਰ ਦੇ ਵਿੱਚ ਆ ਗਿਆ। ਜਦੋਂ ਉਹ ਦੋ ਸਾਨਾਂ ਦੀ ਟੱਕਰ ਵਿੱਚ ਆਇਆ ਤੇ ਉਸ ਵੇਲੇ ਅਚਾਨਕ ਉਧਰ ਤਾਂ ਇਸ ਦਾ ਉਹ ਖਿਚੜੀ ਦਾ ਭਰਿਆ ਠੂਠਾ ਵੀ ਡੁੱਲ ਗਿਆ ਤੇ ਆਪ ਵੀ ਉਹਨਾਂ ਸਾਨਾਂ ਦੀ ਟੱਕਰ ਦੇ ਵਿੱਚ ਲਹੂ ਲੁਹਾਨ ਹੋ ਗਿਆ। ਦੂਸਰੇ ਪਾਸੇ ਅਚਾਨਕ ਅੱਖ ਖੁੱਲ ਗਈ, ਕਿਉਂਕਿ ਜਦੋਂ ਕੋਈ ਭਿਆਨਕ ਸੁਪਨਾ ਆਉਂਦਾ ਹੈ ਆਦਮੀ ਨੂੰ ਇੱਕਦਮ ਜਾਗ ਵੀ ਆਉਂਦੀ ਹੈ। ਤੇ ਜਦੋਂ ਇਸ ਨੂੰ ਜਾਗ ਆਈ ਤਾਂ ਉਸ ਵੇਲੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਆਹ ਕੀ ਗੱਲ ਬਣੀ, ਮੈਂ ਤੇ ਰਾਜਾ ਸੀ ਤੇ ਆਹ ਮੈਨੂੰ ਕਿਹੋ ਜਿਹਾ ਭਿਆਨਕ ਸੁਪਨਾ ਆਇਆ ਹੈ। ਮਨ ਹੀ ਮਨ ਦੇ ਵਿੱਚ ਸੋਚ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਦੱਸ ਸਕਦਾ ਸੀ। ਫਿਰ ਇਹਨੇ ਕੀ ਕੀਤਾ ਵੀ ਜਿੰਨੇ ਵੀ ਚੰਗੇ ਚੰਗੇ ਸਾਧੂ ਸਨ, ਪਹਿਲਾਂ ਵੀ ਇਹਦੇ ਕੋਲੇ ਆਉਂਦੇ ਜਾਂਦੇ ਸਨ, ਕਿਉਂਕਿ ਗਿਆਨਵਾਨ ਸੀ ਇਹ ਵੀ, ਤੇ ਗਿਆਨ ਚਰਚਾ ਹੁੰਦੀ ਰਹਿੰਦੀ ਸੀ। ਤੇ ਇਹਨੇ ਬਹੁਤ ਸਾਰੇ ਸਾਧੂਆਂ ਨੂੰ ਬੁਲਾਇਆ ਤੇ ਸਾਰਿਆਂ ਕੋਲੇ ਇਹ ਸਵਾਲ ਕਰੇ, ਵਿਚਲੀ ਗੱਲ ਨਾ ਦੱਸੇ ਕਿਸੇ ਨੂੰ ਵੀ। ਸਵਾਲ ਇਹਦਾ ਕੀ ਸੀ, ਕਹਿੰਦਾ ਇਹ ਸੱਚਾ ਕਿ ਉਹ ਸੱਚਾ। ਮਤਲਬ ਉਹ ਇਹ ਸੀ ਵੀ ਮੇਰਾ ਰਾਜ ਸੱਚਾ ਕਿ ਉਹ ਸੁਪਨਾ ਸੱਚਾ ਹੈ। ਰਾਜਾ ਤੇ ਮੈਂ ਹੁਣ ਤੇ ਮੈਂ ਆਪਣੇ ਆਪ ਨੂੰ ਰਾਜਾ ਸਮਝ ਰਿਹਾ ਹਾਂ, ਪਰ ਸੁਪਨੇ ਦੇ ਵਿੱਚ ਮੈਂ ਭਿਖਾਰੀ ਬਣ ਗਿਆ। ਵੀ ਹੁਣ ਦੱਸੋ ਇਹਦੇ ਵਿੱਚੋਂ ਸੱਚ ਕੀ ਹੈ। ਜਦੋਂ ਇਹ ਸਵਾਲ ਕਰੇ ਕਿਸੇ ਨੂੰ ਕੁਝ ਨਾ ਪਤਾ ਲੱਗੇ। ਅਖੀਰ ਜਦੋਂ 8 ਸਾਲ ਹੋ ਗਏ ਤੇ ਇਹਨੇ ਬਹੁਤ ਸਾਰੇ ਸਾਧੂ ਮਹਾਤਮਾ ਆਪਣੇ ਕੋਲੇ ਕੈਦ ਕਰ ਲਏ। ਕਹਿਣ ਲੱਗਾ ਜਿੰਨਾ ਚਿਰ ਤੱਕ ਮੇਰਾ ਭਰਮ ਨਹੀਂ ਨਿਵਰਤ ਕਰਦੇ ਉਹਨਾਂ ਚਿਰ ਮੈਂ ਤੁਹਾਨੂੰ ਛੱਡਾਂਗਾ ਨਹੀਂ। ਫਿਰ ਦੱਸਦੇ ਨੇ ਉਹਨਾਂ ਸਾਧੂਆਂ ਦੇ ਵਿੱਚ ਇੱਕ ਕੋਹਲੀ ਰਿਸ਼ੀ ਸੀ, ਕੋਹਲੀ ਉਸਦਾ ਨਾਮ ਸੀ। ਉਹ ਵੀ ਰਾਜੇ ਦੀ ਕੈਦ ਵਿੱਚ ਹੀ ਸੀ। ਤੇ ਹੁਣ ਜਿਹੜਾ ਇਸਦਾ ਪੁੱਤਰ ਸੀ, ਛੋਟਾ ਜਿਹਾ ਸੀ ਕੋਹਲੀ ਰਿਸ਼ੀ ਦਾ, ਜਦੋਂ ਇਹਨੂੰ ਜਨਕ ਰਾਜੇ ਦੀ ਜੇਲ੍ਹ ਵਿੱਚ ਜਾਣਾ ਪਿਆ ਤੇ ਜਿਹੜਾ ਇਸਦਾ ਪੁੱਤਰ ਸੀ ਉਹਦਾ ਨਾਮ ਸੀ ਅਸ਼ਟਾਵਕਰ। ਉਹਦੇ ਸਰੀਰ ਵਿੱਚ 8 ਵਾਲ ਪੈਂਦੇ ਸਨ, ਅਪਾਹਜ ਸੀ। ਤੇ ਹੁਣ ਜਦੋਂ ਉਹ ਅਸ਼ਟਾਵਕਰ ਛੋਟਾ ਜਿਹਾ ਬੱਚਾ ਸੀ, ਜਦੋਂ 8 ਸਾਲ ਦੀ ਉਹਦੀ ਉਮਰ ਹੋਈ ਤੇ ਬੜਾ ਸਿਆਣਾ ਸੀ, ਬੜਾ ਲਾਇਕ ਸੀ। ਭਾਵੇਂ ਹੈ ਤੇ ਅਪਾਹਜ ਸੀ ਪਰ ਹੈ ਬੜਾ ਸਿਆਣਾ ਸੀ। ਦੱਸਦੇ ਨੇ ਇੱਕ ਵਾਰੀ ਜਿਵੇਂ ਬੱਚੇ ਲੜ ਪੈਂਦੇ ਨੇ ਤੇ ਕਿਸੇ ਬੱਚੇ ਨੇ ਇਹਨੂੰ ਮਾਰਿਆ। ਕੋਲੇ ਕੋਈ ਹੋਰ ਸਿਆਣਾ ਪੁਰਸ਼ ਖੜਾ ਸੀ। ਉਹ ਕਹਿਣ ਲੱਗਾ ਇੱਕ ਤਾਂ ਇਹਦਾ ਪਿਓ ਵਿਚਾਰਾ ਜੇਲ੍ਹ ਦੇ ਵਿੱਚ ਹੈ ਤੇ ਦੂਸਰਾ ਇਹ ਹੈ ਹੀ ਵਿਚਾਰਾ ਅਪਾਹਜ, ਤੂੰ ਇਹਨੂੰ ਕਿਉਂ ਮਾਰਦਾ। ਤੇ ਜਦੋਂ ਇੰਨੀ ਗੱਲ ਹੋਈ ਤੇ ਅਸ਼ਟਾਵਕਰ ਘਰ ਆਇਆ, ਆਪਣੀ ਮਾਂ ਨੂੰ ਪੁੱਛਣ ਲੱਗਿਆ। ਕਹਿਣ ਲੱਗਾ ਮਾਂ ਮੇਰਾ ਪਿਤਾ ਕਿੱਥੇ ਹੈ। ਕਹਿਣ ਲੱਗੀ ਉਹ ਤੇ ਜਨਕ ਰਾਜੇ ਦੀ ਕੈਦ ਵਿੱਚ ਹੈ, ਉਹ ਕਿਉਂ ਉੱਥੇ ਗਿਆ ਹੈ। ਤੇ ਮਾਂ ਕਹਿਣ ਲੱਗੀ ਕੋਈ ਰਾਜੇ ਦਾ ਸਵਾਲ ਹੈ। ਉਹ ਕਹਿੰਦਾ ਜਿੰਨਾ ਚਿਰ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੰਦੇ, ਮੇਰਾ ਭਰਮ ਨਹੀਂ ਦੂਰ ਕਰਦੇ, ਉਹਨਾਂ ਚਿਰ ਤੱਕ ਮੈਂ ਤੁਹਾਨੂੰ ਛੱਡਾਂਗਾ ਨਹੀਂ। ਤੇ ਇਹ ਅਸ਼ਟਾਵਕਰ ਕਹਿਣ ਲੱਗਾ ਚੰਗਾ ਮਾਂ, ਫਿਰ ਹੁਣ ਮੈਂ ਜਾਵਾਂਗਾ ਆਪਣੇ ਪਿਓ ਨੂੰ ਛੁਡਾ ਕੇ ਲਿਆਵਾਂਗਾ। ਮਾਂ ਕਹਿਣ ਲੱਗੀ ਪੁੱਤਰ ਤੂੰ ਹਾਲੇ ਛੋਟਾ ਹੈ, ਤੂੰ ਉੱਥੇ ਜਾ ਕੇ ਕੀ ਕਰੇਂਗਾ। ਉੱਥੇ ਬੜੇ ਬੜੇ ਸਾਧੂ ਨੇ, ਬੜੇ ਬੜੇ ਪੰਡਤ ਨੇ, ਬੜੇ ਬੜੇ ਵਿਦਵਾਨ ਨੇ। ਕਹਿਣ ਲੱਗਾ ਮਾਂ ਕੋਈ ਗੱਲ ਨਹੀਂ, ਹੁਣ ਮੈਂ ਆਪਣੇ ਪਿਓ ਨੂੰ ਤੇ ਛੁਡਾ ਕੇ ਹੀ ਲਿਆਵਾਂਗਾ। ਇੰਨਾ ਕਹਿ ਕੇ ਅਸ਼ਟਾਵਕਰ ਰਾਜੇ ਦੀ ਸਭਾ ਦੇ ਵਿੱਚ ਚਲਿਆ ਗਿਆ। ਤੇ ਜਦੋਂ ਪਹਿਲਾਂ ਇਸ ਨੂੰ ਵੇਖਿਆ ਨਾ ਸਾਰਿਆਂ ਨੇ, ਇਹਦੇ ਸਰੀਰ ਵਿੱਚ 8 ਵਾਲ ਪੈ ਰਹੇ ਸਨ, ਤਾਂ ਹੀ ਅਸ਼ਟਾਵਕਰ ਇਸ ਦਾ ਨਾਮ ਪਿਆ ਸੀ। ਤੇ ਸਾਰੇ ਜਿੰਨੇ ਉੱਥੇ ਪੰਡਤ ਸਨ ਤੇ ਬੜੇ ਬੜੇ ਹੋਰ ਰਿਸ਼ੀ ਮੁਨੀ ਬੈਠੇ, ਉਹ ਸਾਰੇ ਉਹਨੂੰ ਵੇਖ ਕੇ ਹੱਸ ਪਏ। ਕਹਿਣ ਲੱਗੇ ਵੀ ਤੂੰ ਕਿਵੇਂ ਆਇਆ। ਕਹਿਣ ਲੱਗਾ ਮੈਂ ਜਨਕ ਰਾਜੇ ਨੂੰ ਗਿਆਨ ਦੇਣ ਵਾਸਤੇ ਆਇਆ। ਕਹਿੰਦੇ ਇੱਥੇ 800 ਅੱਗੇ ਏਡੇ ਏਡੇ ਵੱਡੇ ਸਾਧੂ ਤੇ ਵਿਦਵਾਨ ਪੰਡਤ ਬੈਠੇ ਨੇ, ਉਹ ਤਾਂ ਇਸ ਦਾ ਭਰਮ ਦੂਰ ਨਹੀਂ ਕਰ ਸਕੇ, ਤੂੰ ਕਿਵੇਂ ਕਰੇਂਗਾ। ਕਹਿੰਦਾ ਇਹ ਤੇ ਸਮਾਂ ਦੱਸੇਗਾ, ਇਹਦੇ ਬਾਰੇ ਮੈਂ ਪਹਿਲਾਂ ਕੁਝ ਨਹੀਂ ਕਹਿ ਸਕਦਾ। ਤੇ ਜਦੋਂ ਸਭਾ ਦੇ ਵਿੱਚ ਗਿਆ ਤੇ ਰਾਜੇ ਨੂੰ ਕਹਿਣ ਲੱਗਾ, ਕਹਿੰਦਾ ਰਾਜਾ ਤੇਰੀ ਸਾਰੀ ਸਭਾ ਚਮਿਆਰਾਂ ਦੀ ਹੈ। ਉਹ ਸਾਰੇ ਹੈਰਾਨ ਹੋਏ, ਕਹਿੰਦੇ ਅਸੀਂ ਪੰਡਤ ਹਾਂ, ਉੱਚੀਆਂ ਜਾਤੀਆਂ ਦੇ ਮਾਲਕ ਹਾਂ, ਇਹਨੇ ਸਾਨੂੰ ਚਮਿਆਰ ਕਿਉਂ ਆਖ ਦਿੱਤਾ। ਤਾਂ ਅੱਗੋਂ ਅਸ਼ਟਾਵਕਰ ਕਹਿਣ ਲੱਗਾ, ਕਹਿੰਦਾ ਇਹਨਾਂ ਨੇ ਮੇਰੇ ਚਮੜੇ ਦੀ ਪਰਖ ਕੀਤੀ ਹੈ ਨਾ, ਮੇਰੇ ਸਰੀਰ ਵਿੱਚ 8 ਵਾਲ ਪੈਂਦੇ ਸਨ ਤੇ ਮੈਨੂੰ ਮਜ਼ਾਕ ਕੀਤਾ, ਹੱਸ ਪਏ ਨੇ। ਤੇ ਇਹਨਾਂ ਨੇ ਮੇਰੇ ਗਿਆਨ ਦੀ ਤਾਂ ਪਰਖ ਨਹੀਂ ਕੀਤੀ। ਜਿਹੜਾ ਚਮੜੇ ਦੀ ਪਰਖ ਕਰੇ ਉਹ ਚਮਿਆਰ ਹੀ ਤੇ ਹੁੰਦਾ ਹੈ। ਇਸ ਗੱਲ ਦੇ ਮੂਹਰੇ ਉਹ ਸਾਰੇ ਵਿਦਵਾਨ ਲਾਜਵਾਬ ਹੋ ਗਏ। ਤੇ ਫਿਰ ਰਾਜੇ ਨੂੰ ਵੀ ਕੁਛ ਤਸੱਲੀ ਹੋਈ। ਕਹਿਣ ਲੱਗਾ
ਅੱਛਾ ਤੂੰ ਹੁਣ ਮੈਨੂੰ ਇਹ ਦੱਸ, ਜੇ ਸੱਚਾ ਕਿ ਉਹ ਸੱਚਾ। ਤਾਂ ਉਸ ਵੇਲੇ ਅਸ਼ਟਾਵਕਰ ਇਹਦੀ ਅੰਦਰਲੇ ਭਾਵ ਨੂੰ ਸਮਝ ਗਿਆ ਸੀ। ਇਸ ਉੱਤੇ ਵਾਹਿਗੁਰੂ ਦੀ ਕਿਰਪਾ ਸੀ। ਕਹਿਣ ਲੱਗਾ, ਰਾਜਾ ਤੂੰ ਇਹ ਪੁੱਛਦਾ ਵੀ ਇਹ ਮੇਰਾ ਰਾਜ ਸੱਚਾ ਕਿ ਉਹ ਸੁਪਨਾ ਸੱਚਾ? ਅਸਲੀ ਤਾਂ ਗੱਲ ਇਹ ਹੈ ਵੀ ਇਹ ਜਿਹੜਾ ਸੰਸਾਰ ਹੀ ਸਾਰਾ ਸੁਪਨਾ ਹੈ। ਇਸ ਲਈ ਤੂੰ ਪੁੱਛਦਾ ਇਹ ਸੱਚਾ ਕਿ ਉਹ ਸੱਚਾ? ਇਹਨਾਂ ਦੋਨਾਂ ਵਿੱਚੋਂ ਸੱਚਾ ਕੋਈ ਵੀ ਨਹੀਂ। ਜੇ ਸੁਪਨਾ ਵੀ ਝੂਠਾ ਹੈ ਤੇ ਸੰਸਾਰ ਵੀ ਝੂਠਾ ਹੀ ਹੈ। ਜਦੋਂ ਇੰਨੀ ਗੱਲ ਆਖੀ ਤਾਂ ਉਸ ਵੇਲੇ ਰਾਜੇ ਦਾ ਭਰਮ ਦੂਰ ਹੋਇਆ ਤੇ ਸਾਰੇ ਰਿਸ਼ੀ ਮੁਨੀ ਹੈਰਾਨ ਹੋ ਗਏ। ਇਹ ਇੱਕ ਐਸੀ ਉਦਾਹਰਣ ਹੈ, ਇਤਿਹਾਸਕ ਪ੍ਰਸੰਗ ਹੈ। ਇਹ ਜਨਕ ਰਾਜੇ ਦੇ ਨਾਲ ਵਾਪਰਿਆ ਸੀ। ਉਹਦੀ ਇੱਥੇ ਭਗਤ ਜੀ ਨੇ ਉਦਾਹਰਣ ਦਿੱਤੀ ਹੈ ਵੀ ਜਿਵੇਂ ਉਹ ਰਾਜਾ ਸੁਪਨੇ ਦੇ ਵਿੱਚ ਭਿਖਾਰੀ ਬਣਿਆ, ਰਾਜ ਦੇ ਹੁੰਦਿਆਂ ਹੋਇਆਂ ਰਾਜ ਤੋਂ ਵਿਛੜ ਕੇ ਉਸਨੇ ਦੁੱਖ ਪਾਇਆ, ਉਹੀ ਹਾਲਤ ਹੁਣ ਸਾਡੀ ਬਣੀ ਹੋਈ ਹੈ। ਤੇ ਅਸੀਂ ਹੈ ਤੇ ਵਾਹਿਗੁਰੂ ਦੇ ਪੁੱਤਰ, ਅਸੀਂ ਵੀ ਰਾਜੇ ਹਾਂ, ਪਰ ਅਸੀਂ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ, ਅਸੀਂ ਭਿਖਾਰੀ ਬਣ ਚੁੱਕੇ ਹਾਂ। ਪਰ ਜਦੋਂ ਸਾਨੂੰ ਗਿਆਨ ਅਵਸਥਾ ਪ੍ਰਾਪਤ ਹੋਵੇਗੀ ਤੇ ਤਾਂ ਹੀ ਸਾਨੂੰ ਅਸਲੀ ਰਾਜ ਭਾਗ ਦਾ ਤੇ ਆਪਣੇ ਅਸਲੀ ਸਰੂਪ ਦਾ ਗਿਆਨ ਪ੍ਰਾਪਤ ਹੋ ਸਕਦਾ ਹੈ। ਨਹੀਂ ਤੇ ਅਸੀਂ ਵੀ ਸੁਪਨੇ ਦੇ ਵਿੱਚ ਹੀ ਭਿਖਾਰੀ ਬਣੇ ਹੋਏ ਹਾਂ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਲੋ ਭਗਤ ਜੀ ਅੱਗੇ ਦ੍ਰਿਸ਼ਟਾਂਤ ਦਿੰਦੇ ਹਨ। ਰਾਜ ਕਹਿੰਦੇ ਨੇ ਰੱਸੀ ਨੂੰ, ਰੱਜੂ ਜਾਂ ਰਾਜ, ਇੱਥੇ ਰੱਜੂ ਸ਼ਬਦ ਦੀ ਥਾਂ ਰਾਜ ਸ਼ਬਦ ਵਰਤਿਆ। ਜਿਵੇਂ ਰੱਸੀ ਦੇ ਵਿੱਚ ਹਨੇਰੇ ਦੇ ਕਾਰਨ ਰੱਸੀ ਦੇ ਵਿੱਚ ਭੁਯੰਗ ਦਾ ਅਰਥ ਸਰਪ ਦਾ ਜਿਵੇਂ ਸੰਬੰਧ ਹੁੰਦਾ ਹੈ, ਪ੍ਰਸੰਗ ਦਾ ਅਰਥ ਵੀ ਇੱਕ ਵਿਸ਼ੇਸ਼ ਸੰਬੰਧ। ਜਿਵੇਂ ਹਨੇਰੇ ਦੇ ਕਾਰਨ ਰੱਸੀ ਵਿੱਚ ਸੱਪ ਦਾ ਸੰਬੰਧ ਹੁੰਦਾ ਹੈ, ਕਿਉਂਕਿ ਕਈ ਵਾਰੀ ਹਨੇਰੇ ਵਿੱਚ ਰੱਸੀ ਵੀ ਸੱਪ ਵਾਂਗੂ ਪ੍ਰਤੀਤ ਹੁੰਦੀ ਹੈ। ਤੇ ਜਦੋਂ ਚਾਨਣ ਹੋ ਜਾਵੇ ਤੇ ਰੱਸੀ ਦਾ ਗਿਆਨ ਪ੍ਰਾਪਤ ਹੋ ਜਾਵੇ, ਫਿਰ ਸੱਪ ਦਾ ਡਰ ਖਤਮ ਹੋ ਜਾਂਦਾ ਹੈ। ਜਿਵੇਂ ਰੱਸੀ ਦੇ ਵਿੱਚ ਸੱਪ ਦਾ ਇੱਕ ਝੂਠਾ ਸੰਬੰਧ ਹੁੰਦਾ ਹੈ ਭਰਮ ਕਾਲ ਦੇ ਵਿੱਚ, ਤੇ ਇਸੇ ਤਰ੍ਹਾਂ ਸਾਨੂੰ ਇਹ ਭਰਮ ਦੇ ਵਿੱਚ ਸੰਸਾਰ ਡਰਾਉਣਾ ਪ੍ਰਤੀਤ ਹੋ ਰਿਹਾ ਹੈ। ਅਬ ਕਛ ਮਰਮ ਜਨਾਇਆ, ਵੀ ਹੁਣ ਕੁਝ ਸਤਿਗੁਰੂ ਦੀ ਮਿਹਰ ਹੋਈ, ਸਾਨੂੰ ਅਸਲੀ ਕੁਝ ਭੇਤ ਸਤਿਗੁਰੂ ਨੇ ਜਣਾ ਦਿੱਤਾ ਹੈ। ਅਨਕ ਕਟਕ ਜੈਸੇ ਫੂਲ ਪਰੇ, ਅਬ ਕਹਤੇ ਕਹਿਨ ਨ ਆਇਆ। ਲੋ ਉਹ ਕਿਵੇਂ ਤੁਸੀਂ ਭੇਤ ਸਮਝਿਆ ਹੈ, ਕਿਵੇਂ ਸਤਿਗੁਰੂ ਨੇ ਤੁਹਾਨੂੰ ਭੇਤ ਜਣਾ ਦਿੱਤਾ ਹੈ। ਲੋ ਭਗਤ ਜੀ ਅੱਗੇ ਦ੍ਰਿਸ਼ਟਾਂਤ ਦਿੰਦੇ ਹਨ। ਅਨੰਗ ਕਟਕ, ਜਿਵੇਂ ਅਨੇਕਾਂ ਤਰ੍ਹਾਂ ਦੇ ਸੋਨੇ ਦੇ ਕਟਕ ਕੰਗਣ ਬਣੇ ਹੁੰਦੇ ਨੇ ਤੇ ਹੋਰ ਵੀ ਕਈ ਤਰ੍ਹਾਂ ਦੇ ਸੋਨੇ ਦੇ ਗਹਿਣੇ ਬਣੇ ਹੁੰਦੇ ਨੇ। ਅਨੰਗ ਕਟਕ ਜੈਸੇ ਫੂਲ ਪਰੇ, ਜਿਵੇਂ ਅਨੇਕਾਂ ਜਿਹੜੇ ਕੜੇ ਕੰਗਣ ਤੇ ਹੋਰ ਗਹਿਣਿਆਂ ਨੂੰ ਵੇਖ ਕੇ ਜਿਵੇਂ ਕੋਈ ਆਦਮੀ ਭੁੱਲ ਜਾਵੇ ਤੇ ਇਹ ਸਮਝਣ ਲੱਗ ਪਵੇ ਬਈ ਇਹ ਸੋਨੇ ਨੇ ਆਪਣੇ ਵੱਖੋ ਵੱਖਰੇ ਕਈ ਰੂਪ ਧਾਰਨ ਕਰ ਲਏ ਨੇ, ਇਸ ਲਈ ਹੁਣ ਇਹ ਸੋਨਾ ਸੋਨਾ ਨਹੀਂ ਰਹਿ ਗਿਆ, ਇਹ ਤੇ ਕੁਛ ਹੋਰ ਹੀ ਬਣ ਗਿਆ ਹੈ। ਤੇ ਜਿਵੇਂ ਕਿ ਇਉਂ ਸਮਝਣ ਲੱਗ ਪਵੇ ਅਬ ਕਹਤੇ ਕਹਿਣ ਨਾ ਆਇਆ। ਪਰ ਵਾਸਤਵ ਦੇ ਵਿੱਚ ਤਾਂ ਚਾਹੇ ਕੋਈ ਵੀ ਕੰਗਣ ਹੈ, ਚਾਹੇ ਕੋਈ ਹੋਰ ਗਹਿਣਾ ਹੈ, ਹੁੰਦਾ ਤੇ ਸੋਨਾ ਹੀ ਹੈ। ਸੋਨੇ ਤੋਂ ਬਿਨਾਂ ਤੇ ਉਹਦੇ ਵਿੱਚ ਕੁਛ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਹੁਣ ਸਤਿਗੁਰੂ ਮਹਾਰਾਜ ਨੇ ਇਹ ਐਸਾ ਭੇਦ ਸਾਨੂੰ ਸਮਝਾ ਦਿੱਤਾ ਹੈ। ਜਿੰਨੇ ਵੀ ਸਰੀਰ ਨੇ, ਜਿੰਨੇ ਜੀਵ ਨੇ, ਇਹ ਸਾਰੇ ਪਰਮੇਸ਼ਰ ਦੇ ਬਣਾਏ ਹੋਏ ਨੇ, ਇਹ ਪਰਮੇਸ਼ਰ ਦਾ ਹੀ ਰੂਪ ਨੇ। ਜਿਵੇਂ ਪਿੱਛੇ ਸਮੁੰਦਰ ਤੇ ਲਹਿਰਾਂ ਦਾ ਦ੍ਰਿਸ਼ਟਾਂਤ ਦਿੱਤਾ ਸੀ, ਸਮੁੰਦਰ ਦੀਆਂ ਲਹਿਰਾਂ ਜਿਵੇਂ ਸਮੁੰਦਰ ਦਾ ਰੂਪ ਹੁੰਦੀਆਂ ਨੇ, ਸੋਨੇ ਦੇ ਸਾਰੇ ਗਹਿਣੇ ਸੋਨੇ ਦਾ ਹੀ ਰੂਪ ਹੁੰਦੇ ਨੇ। ਇਸੇ ਤਰ੍ਹਾਂ ਜਿਤਨੇ ਵੀ ਜੀਵ ਜੰਤ ਨੇ ਸਾਰੇ ਪਰਮੇਸ਼ਰ ਦਾ ਹੀ ਰੂਪ ਨੇ। ਤੇ ਇਸ ਗੱਲ ਦਾ ਭੇਦ ਗੁਰੂ ਮਹਾਰਾਜ ਨੇ ਸਾਨੂੰ ਜਣਾ ਦਿੱਤਾ ਹੈ। ਅਬ ਕਹਤੇ ਕਹਿਣ ਨਾ ਆਇਆ, ਹੁਣ ਅਸੀਂ ਕੁਛ ਕਹਿਣਾ ਚਾਹੁੰਦੇ ਹਾਂ ਬਈ ਜਿਹੜੇ ਜੀਵ ਨੇ ਵਾਹਿਗੁਰੂ ਤੋਂ ਵੱਖਰੇ ਨੇ, ਸੰਸਾਰ ਵਾਹਿਗੁਰੂ ਤੋਂ ਵੱਖਰਾ ਹੈ, ਪਰ ਇਹ ਗੱਲ ਹੁਣ ਕਹਿਣ ਵਿੱਚ ਆਉਂਦੀ ਨਹੀਂ, ਕਿਉਂਕਿ ਸਾਨੂੰ ਹੁਣ ਸਤਿਗੁਰੂ ਨੇ ਭੇਤ ਜਣਾ ਦਿੱਤਾ ਹੈ ਵੀ ਸਾਰਾ ਸੰਸਾਰ ਹੀ ਪਰਮੇਸ਼ਰ ਦਾ ਰੂਪ ਹੈ। ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਦਾ ਰੂਪ ਹੁੰਦੀਆਂ ਨੇ, ਸੋਨੇ ਦੇ ਕੰਗਣ ਸੋਨੇ ਦਾ ਰੂਪ ਹੁੰਦੇ ਨੇ। ਹੁਣ ਅਸੀਂ ਜੇ ਵੱਖਰਾ ਕਹਿਣਾ ਵੀ ਚਾਹੁੰਦੇ ਹਾਂ ਤੇ ਇਹ ਕਹਿਣ ਵਿੱਚ ਆ ਨਹੀਂ ਰਿਹਾ। ਹੁਣ ਤੇ ਸਾਰਾ ਸੰਸਾਰ ਹੀ ਸਾਨੂੰ ਪਰਮੇਸ਼ਰ ਦਾ ਰੂਪ ਦਿਸ ਰਿਹਾ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ। ਲੋ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਸਰਬੇ ਏਕ ਅਨੇਕੈ ਸੁਆਮੀ, ਵੀ ਇਹ ਜਿਹੜਾ ਸੰਸਾਰ ਹੈ
ਇਹ ਅਨੇਕ ਰੂਪ ਹੋ ਕੇ ਦਿਖਾਈ ਦੇ ਰਿਹਾ ਹੈ ਤੇ ਇਹ ਸਾਰੇ ਅਨੇਕਤਾ ਰੂਪ ਸੰਸਾਰ ਦੇ ਵਿੱਚ ਇੱਕੋ ਹੀ ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਇਹ ਅਨੇਕਤਾ ਰੂਪ ਸਾਰੇ ਸੰਸਾਰ ਦੇ ਵਿੱਚ ਇੱਕੋ ਹੀ ਮਾਲਕ ਵਾਹਿਗੁਰੂ ਵਸ ਰਿਹਾ ਹੈ। ਸਭ ਕਟ ਭੋਗਵੈ ਸੋਈ, ਤੇ ਸਾਰੇ ਕਟ ਸਰੀਰਾਂ ਦੇ ਵਿੱਚ ਉਹੀ ਵਾਹਿਗੁਰੂ ਪਰਮੇਸ਼ਰ ਹੀ ਵੀ ਉਹ ਸੁਖ ਤੇ ਦੁੱਖ ਭੋਗ ਰਿਹਾ ਹੈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ ਸੋਈ। ਸੋ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹੈ ਕਿੱਥੇ? ਤਾਂ ਭਗਤ ਜੀ ਕਹਿੰਦੇ ਨੇ ਹਾਥ ਪੈ ਨੇਰੈ, ਉਹ ਹੱਥਾਂ ਤੇ ਪੈਰਾਂ ਦੇ ਨਾਲੋਂ ਵੀ ਨੇੜੇ ਹੈ। ਉਹ ਅਕਾਲ ਪੁਰਖ ਵਾਹਿਗੁਰੂ ਹੱਥਾਂ ਤੇ ਪੈਰਾਂ ਦੇ ਨਾਲੋਂ ਵੀ ਨੇੜੇ ਹੈ। ਸਹਜੇ ਹੋਏ ਸੋ ਹੋਏ, ਭਗਤ ਜੀ ਫਰਮਾਉਂਦੇ ਹਨ ਹੁਣ ਉਸ ਵਾਹਿਗੁਰੂ ਦੇ ਭਾਣੇ ਵਿੱਚ ਸੁਤੇ ਸਹਿਦੀ ਜੋ ਹੁੰਦਾ ਹੈ ਉਹ ਹੋ ਹੀ ਜਾਵੇ, ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ, ਕਿਉਂਕਿ ਜੋ ਹੁੰਦਾ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਤੇ ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਹੱਥਾਂ ਪੈਰਾਂ ਦੇ ਨਾਲੋਂ ਵੀ ਨੇੜੇ ਪ੍ਰਤੀਤ ਹੋ ਰਿਹਾ ਹੈ, ਕਿਉਂਕਿ ਉਹ ਵਾਹਿਗੁਰੂ ਸਾਡਾ ਆਪਣਾ ਆਪਾ ਹੈ। ਆਪਣਾ ਆਪਾ ਸਭ ਤੋਂ ਨੇੜੇ ਹੁੰਦਾ ਹੈ, ਅਸੀਂ ਉਹਨੂੰ ਆਪਣਾ ਆਪਾ ਸਮਝਿਆ ਹੋਇਆ। ਇਸੇ ਲਈ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹਮੇਸ਼ਾ ਲਈ ਅਭੇਦ ਹੋ ਗਏ ਹਾਂ। ਸੋ ਭਗਤ ਨਾਮਦੇਵ ਜੀ ਤੇ ਭਗਤ ਰਵਿਦਾਸ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ, ਕਿਉਂਕਿ ਭਗਤ ਬਾਣੀ ਦੀ ਵਿਚਾਰ ਕੁਛ ਡੂੰਘੀ ਵੀ ਹੁੰਦੀ ਹੈ ਤੇ ਕੁਛ ਇਹਦੇ ਅੰਤਰੀ ਭਾਵ ਵੀ ਦੱਸਣੇ ਪੈਂਦੇ ਨੇ। ਤੇ ਸੋ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਜੋ ਵਿਚਾਰ ਭਗਤ ਜੀ ਨੇ ਸਾਨੂੰ ਸਮਝਾਈ ਹੈ ਬ੍ਰਹਮ ਵਿਚਾਰ, ਇਹਨੂੰ ਆਪਾਂ ਆਪਣੇ ਜੀਵਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।